ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਅੱਜ 2021 ਦਾ ਸਾਲ 2021 ਦਾ ਆਖਰੀ ਦਿਨ ਹੈ। ਅੱਧੀ ਰਾਤ ਨੂੰ ਨਵੇਂ ਸਾਲ ਨੇ ਚੜ੍ਹ ਜਾਣਾ ਹੈ ਔਰ ਸਾਰੇ ਦੋਸਤਾਂ ਮਿੱਤਰਾਂ ਨੂੰ ਇਹ ਦਿਨ ਔਰ ਇਹ ਨਵਾਂ ਸਾਲ ਖੈਰ ਮੁਬਾਰਕ। ਹਾਲਾਂਕਿ ਵਕਤ ਕਦੇ ਨਹੀਂ ਬਦਲਦਾ, ਆਪਣੀ ਤੋਰ ਚੱਲਦਾ ਰਹਿੰਦਾ, ਹਰ ਦਿਨ ਨਵਾਂ ਹੁੰਦਾ, ਹਰ ਪਲ ਘੜੀ ਨਵੀਂ ਹੁੰਦੀ ਹੈ। ਜੇ ਕਿਸੇ ਨੇ ਜੀਣਾ ਹੋਵੇ ਤਾਂ ਉਹ ਵਿਸ਼ ਕੇ ਜੀਂਦਾ ਹੈ, ਲੇਕਿਨ ਅਸੀਂ ਹਰ ਸਾਲ ਹਿੰਦਸਿਆਂ ਨਾਲ ਅੱਗੇ ਵੱਧਦੇ ਹਾਂ। ਚਲੋ ਇਵੇਂ ਹੀ ਵੱਧ ਕੇ ਵੇਖ ਲੈਂਦੇ ਹਾਂ ਐਤਕੀ ਵੀ। ਜੇ ਖਬਰਾਂ ਤੇ ਆਈਏ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸੀ ਕਲਚਰ ਦੇ ਵਿੱਚ ਮੁਸ਼ਕਲ ਆ ਰਹੀ ਹੈ। ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਨੌਕਰੀ ਲਾਉਣ ਦੀ ਕਵਾਇਦ ਕਰ ਰਹੀ ਹੈ। ਮੇਰਾ ਇਹ ਤੁਹਾਡੇ ਲਈ ਸਵਾਲ ਆ। ਇੱਕ ਸਿਲਸਿਲਾ ਰਿਹਾ ਇੰਟਰਵਿਊਜ਼ ਦਾ, ਵੱਡੇ ਮੰਤਰੀ ਸਿੱਧੂ ਨੂੰ ਨਿਸ਼ਾਨੇ ਤੇ ਲੈ ਰਹੇ ਆ, ਰਵਨੀਤ ਬਿੱਟੂ ਵੀ ਨਿਸ਼ਾਨੇ ਤੇ ਲੈ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਕਾਰਨਰ ਕੀਤਾ ਜਾ ਰਿਹਾ। ਇਹ ਸਪਾਂਸਰਡ ਹੈ, ਇਹ ਹਾਈ ਕਮਾਂਡ ਤੋਂ ਸਿੱਧਤ ਹੈ, ਇਹ ਵਰਤਾਰਾ ਲੋਕਲ ਪੱਧਰ ਤੇ ਆ ਜਾਂ ਮਿੱਥ ਕੇ ਕੀਤਾ ਜਾ ਰਿਹਾ। ਇਸ ਸਵਾਲ ਤੇ ਜਾਵਾਂਗੇ। ਇੱਕ ਰੌਲਾ ਇਹ ਵੀ ਆ ਕਿ ਸਿੱਧੂ ਸ਼ਾਇਦ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਜੇ ਚਿਹਰਾ ਨਾ ਬਣਾਏ ਗਏ ਤਾਂ ਕਾਂਗਰਸ ਨੂੰ ਲੀਡ ਨਹੀਂ ਕਰਨਗੇ, ਉਹ ਕਈ ਵਾਰੀ ਕਹਿ ਚੁੱਕੇ। ਦੂਜਾ ਸਵਾਲ, ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਆਪਣੇ ਆਪ ਨੂੰ ਜਿਵੇਂ ਅੱਗੇ ਵਧਾ ਰਿਹਾ, ਉਹ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰ ਰਿਹਾ। ਕਾਂਗਰਸ ਲਈ ਬਹੁਤ ਟੇਢੀ ਖੀਰਾ ਇੱਕ ਖਾਸ ਵਰਗ ਵਿਸ਼ੇਸ਼ ਨੂੰ ਇਗਨੋਰ ਕਰਨਾ ਹੈ। ਇਸ ਵੇਲੇ ਸਭ ਤੋਂ ਮੁਸ਼ਕਲ ਸਥਿਤੀ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਫਸੀ ਹੋਈ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੋਣ ਕੈਂਪੇਨ ਅੱਗੇ ਵਧ ਰਹੀ ਹੈ, ਇਹਦੇ ਬੜੇ ਗਿਣੇ ਮਿਥਵੇਂ ਤੁਸੀਂ ਤਰੀਕਾਕਾਰ ਦੇਖ ਸਕਦੇ ਹੋ। ਇਹਦੇ ਤੇ ਗੱਲ ਕਰਾਂਗਾ। ਮੈਂ ਚਾਹੂੰਗਾ ਕਿ ਤੁਹਾਡੇ ਤੋਂ ਜਿਹੜੇ ਅੰਦਰ ਦੇ ਸਰੋਤਾਂ ਦੀਆਂ ਜਾਣਕਾਰੀਆਂ ਹਾਸਲ ਕਰੀਏ। ਤੀਜੀ ਗੱਲ, ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਲਈ ਜਿਹੜੀ ਕੱਲ ਐਗਜ਼ੈਕਟਿਵ ਬਾਡੀ ਨੇ ਜੋੜਨਾ ਸੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਐਗਜ਼ੈਕਟਿਵ ਬਾਡੀ ਨੇ 1 ਤਰੀਕ ਵਾਲੇ ਦਿਨ ਨਵੇਂ ਸਾਲ 'ਚ, ਚੜ੍ਹਦੇ ਸਾਲ 'ਚ, ਉਸ ਤੋਂ ਪਹਿਲਾਂ ਹੀ ਮਨਜਿੰਦਰ ਸਿੰਘ ਸਿਰਸਾ ਆਪਣਾ ਅਸਤੀਫਾ ਵਾਪਸ ਲੈ ਲੈਂਦੇ ਆ। ਉਹ ਅਸਤੀਫਾ ਪ੍ਰਵਾਨ ਕੀਤਾ ਜਾਣਾ ਸੀ। ਕੀ ਹੁਣ ਉਹ ਐਗਜ਼ੈਕਟਿਵ ਬਾਡੀ ਮਨਜਿੰਦਰ ਸਿੰਘ ਸਿਰਸਾ ਨੂੰ ਬਰਖਾਸਤ ਕਰਨ ਲਈ ਜਨਰਲ ਇਜਲਾਸ ਕਾਲ ਕਰੇਗੀ? ਕੀ ਉਹਨਾਂ ਕੋਲ ਅਖਤਿਆਰਾਤ ਨੇ? ਕੀ ਉਹਨਾਂ ਕੋਲ ਨਿਰਧਾਰਤ ਗਿਣਤੀ ਮੈਂਬਰਾਂ ਦੀ ਹੋਊਗੀ? ਲਗਭਗ 49 ਦੇ ਕਰੀਬ ਮੈਂਬਰ ਨੇ। ਤੇ ਸਭ ਤੋਂ ਵੱਡੀ ਗੱਲ ਕਿ ਐਗਜ਼ੈਕਟਿਵ ਬਾਡੀ ਦੇ ਵਿੱਚ ਕਿੰਨੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਨੇ ਔਰ ਕਿੰਨੇ ਉਹਦੇ ਸ਼ਰੀਕਾਂ ਦੇ ਨਾਲ ਨੇ। ਇਹਦੇ ਵਿੱਚ ਮਨਜੀਤ ਸਿੰਘ ਜੀਕੇ ਔਰ ਸਰਨਾ ਭਰਾਵਾਂ ਦਾ ਰੋਲ ਕਿਹੋ ਜਿਹਾ ਰਹਿਣ ਵਾਲਾ, ਇਹਦੇ ਤੇ ਵੀ ਗੱਲ ਕਰਾਂਗੇ। ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਪੂਰਾ ਰੌਲਾ ਹੈ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਬਣੇ ਰਹਿਣਗੇ? ਇਹ ਵੱਡਾ ਸਵਾਲ ਆ। ਜਦੋਂ ਅੱਜ 3 ਮੰਤਰੀਆਂ ਤੇ 1 MP ਦੀ ਕੱਲ ਦੀ ਇੰਟਰਵਿਊ ਸਿੱਧਾ ਸਿੱਧੂ ਨਿਸ਼ਾਨੇ ਤੇ, ਔਰ ਜਾਖੜ ਸਾਹਿਬ ਕਹਿੰਦੇ ਕਿ ਐਤਕੀ ਕਿਸੇ ਨੂੰ ਇੱਕ ਨੂੰ ਚਿਹਰਾ ਨਹੀਂ ਬਣਾਇਆ ਜਾਣਾ। ਕੀ ਕਹਿੰਦੇ ਹੋ ਭਾਸਕਰ ਸਾਹਿਬ? ਦੇਖੋ, ਆ ਜਿਹੜਾ ਸਵਾਲ ਅੱਜ ਖੜਾ ਹੋਇਆ ਹੈ, ਮੇਰੇ ਖਿਆਲ ਨਾਲ ਪਿਛਲੇ 3 ਮਹੀਨੇ ਤੋਂ ਇਹ ਸਵਾਲ 10 ਵਾਰ ਖੜਾ ਹੋਏਗਾ ਕਿ ਕੀ ਨਵਜੋਤ ਸਿੰਘ ਕਾਂਗਰਸ ਦੇ ਵਿੱਚ ਬਣੇ ਰਹਿਣਗੇ ਕਿ ਨਹੀਂ। ਅੱਜ ਵੀ ਅਸੀਂ ਉਸ ਸਵਾਲ ਤੇ ਖੜੇ ਹਾਂ। ਪਰ ਜਿਸ ਤਰੀਕੇ ਨਾਲ ਕੱਲ ਤੋਂ ਜਿਹੜੇ ਕੈਬਨਿਟ ਦੇ ਮੰਤਰੀ ਸੀਗੇ, ਉਹਨਾਂ ਦਾ ਅਟੈਕ ਸਿੱਧੂ ਉਹਨਾਂ ਦੇ ਖਿਲਾਫ ਸ਼ੁਰੂ ਹੋਇਆ, ਭਾਵੇਂ ਉਹ ਰਾਣਾ ਗੁਰਜੀਤ ਸਿੰਘ ਹੋਣ, ਭਾਵੇਂ ਉਹ ਭਾਰਤ ਭੂਸ਼ਣ ਆਸ਼ੂ ਹੋਣ, ਜਾਂ ਫਿਰ ਸੁਖਜਿੰਦਰ ਰੰਧਾਵਾ, ਜਾਂ ਫਿਰ MP ਜਿਹੜੇ ਰਵਨੀਤ ਬਿੱਟੂ ਉਹਨਾਂ ਨੇ ਲਗਾਤਾਰ ਸਿੱਧੂ ਦੇ ਉੱਤੇ ਆਪਣਾ ਅਟੈਕ ਕੀਤਾ ਹੈ। ਰਾਣਾ ਗੁਰਜੀਤ ਸਿੰਘ ਉਹਨਾਂ ਨੇ ਤੇ ਚੈਲੰਜ ਤੱਕ ਕਰਤਾ, ਜੇ ਸਿੱਧੂ 'ਚ ਹਿੰਮਤ ਹੈਗੀ ਹੈ ਤੇ ਮੇਰੀ ਟਿਕਟ ਕੱਟ ਕੇ ਦਿਖਾਏ। ਕਿਉਂਕਿ ਰਾਣਾ ਗੁਰਜੀਤ ਉਹਨਾਂ ਦੇ ਖਿਲਾਫ ਸਿੱਧੂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਇਹਨਾਂ ਨੇ 4.5 ਸਾਲ ਤੱਕ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਕੁਝ ਨਹੀਂ ਕੀਤਾ। ਰਾਣੇ ਉਹਨਾਂ ਨੇ ਕਿਹਾ ਕਿ ਮੈਨੂੰ ਟਿਕਟ ਕੱਟ ਕੇ ਦਿਖਾਓ ਮੇਰੀ, ਮੈਂ ਆਜ਼ਾਦ ਵੀ ਲੜ ਕੇ ਜਿੱਤੂਗਾ। ਜੇ ਮੈਂ ਕੰਮ ਨਾ ਕੀਤਾ ਹੁੰਦਾ ਤੇ ਮੈਂ ਜਿੱਤਦਾ ਕਿੱਦਾਂ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ, ਉਹ ਸਿੱਧੂ ਉਹਨਾਂ ਨੂੰ ਕਾਂਗਰਸ ਦਾ ਕਲਚਰ ਸਿਖਾਉਣ ਦੀ ਗੱਲ ਕਰ ਰਹੇ ਨੇ ਕਿ ਸਿੱਧੂ ਉਹਨਾਂ ਨੂੰ ਕਾਂਗਰਸ ਦਾ ਕਲਚਰ ਸਿੱਖਣਾ ਚਾਹੀਦਾ ਹੈ ਔਰ ਆਪਣੇ ਅੰਦਰੋਂ ਮੈਂ ਨੂੰ ਕੱਢਣਾ ਚਾਹੀਦਾ ਹੈ। ਜਦ ਤੱਕ ਮੈਂ ਦੀ ਜਗ੍ਹਾ ਪਾਰਟੀ ਦਾ ਨਾਂ ਨਹੀਂ ਆਏਗਾ, ਤਦ ਤੱਕ ਸਿੱਧੂ ਉਹਨਾਂ ਕਾਂਗਰਸ ਦੇ ਕਲਚਰ ਨੂੰ ਸਮਝ ਨਹੀਂ ਪਾਣਗੇ। ਔਰ ਦੂਜੇ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ, ਭਾਵੇਂ ਉਹ ਮਨਾ ਕਰਦੇ ਆ ਕਿ ਮੈਂ ਆਪਣੀ ਪਾਰਟੀ ਤੇ ਪ੍ਰਧਾਨ ਦੇ ਖਿਲਾਫ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਜਰਾ ਜਿਹਾ ਪ੍ਰਵੋਕ ਕਰਨ ਤੋਂ ਬਾਅਦ ਜਦ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਵੀ ਸਿੱਧੂ ਉਹਨਾਂ ਕਹਿੰਦੇ ਜੇ ਮੈਂ ਹੋਮ ਮਿਨਿਸਟਰ ਹੁੰਦਾ ਤੇ ਹੁਣ ਤੱਕ ਇਹ ਕਰ ਦਿੰਦਾ, ਉਹ ਕਰ ਦਿੰਦਾ, ਬਸ ਇਸ ਤੋਂ ਸੁਖਜਿੰਦਰ ਰੰਧਾਵਾ ਪ੍ਰਵੋਕ ਹੋ ਜਾਂਦੇ ਨੇ। ਫਿਰ ਉਹ ਵੀ ਸਿੱਧੂ ਦੇ ਖਿਲਾਫ ਝੜੀ ਲਾ ਦਿੰਦੇ ਨੇ। ਪਰ ਆਹ ਜਿਹੜੇ ਹਾਲਾਤ ਨੇ ਨਾ,
ਇਹਨਾਂ ਹਾਲਾਤਾਂ ਦੇ ਵਿੱਚ ਸਿੱਧੂ ਦੇ ਵਿੱਚ ਵੀ ਇੱਕ ਤਿਲਮਿਲਾਹਟ ਦੇਖੀ ਗਈ ਹੈ। ਭਾਵੇਂ 2 ਦਿਨ ਪਹਿਲੇ ਉਹ ਇੰਟਰਵਿਊ ਦੇ ਰਹੇ ਸੀਗੇ ਇੱਕ ਚੈਨਲ ਤੋਂ, ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਹੁਣ ਤੇ ਤੁਹਾਨੂੰ ਬਰਾਤ ਦਾ ਲਾੜਾ ਤੈਅ ਕਰਨਾ ਪਏਗਾ। ਜੇ ਬਰਾਤ ਬਿਨਾਂ ਲਾੜੇ ਤੇ ਗਈ ਤੇ ਲੋਕ ਸਾਨੂੰ ਪੁੱਛਣਗੇ, ਕਿਉਂਕਿ ਅਸੀਂ ਇਹੀ ਸਵਾਲ ਦੂਜੀ ਪਾਰਟੀਆਂ ਨੂੰ ਪੁੱਛਦੇ ਰਹੇ ਹਾਂ, ਤੇ ਲਾੜਾ ਤੇ ਤੁਹਾਨੂੰ ਕਿਸੇ ਨਾ ਕਿਸੇ ਨੂੰ ਬਣਾਉਣਾ ਹੀ ਪਏਗਾ। ਔਰ ਜਦ ਉਹ ਲਾੜੇ ਦੀ ਗੱਲ ਕਰਦੇ ਨੇ ਤੇ ਉਸ ਘੋੜੀ ਦੇ ਬੈਠੇ ਹੋਇਆ ਲਾੜੇ ਨੂੰ ਉਹ ਆਪ ਦੀ ਸ਼ਕਲ ਦੇਖਦੇ ਨੇ। ਜੇ ਉਸ ਦੀ ਜਗ੍ਹਾ ਕੋਈ ਵੀ ਲਾੜਾ ਨਹੀਂ ਹੋਇਆ, ਫਿਰ ਉਹ ਇਹ ਗੱਲ ਕਹਿੰਦੇ ਨੇ ਕਿ ਮੈਂ ਸ਼ੋਅ ਪੀਸ ਬਣ ਕੇ ਕੰਮ ਨਹੀਂ ਕਰ ਸਕਦਾ ਜਦ ਤੱਕ ਮੈਨੂੰ ਘੋੜੀ ਨਹੀਂ ਚੜਾਇਆ। ਤੇ ਹੁਣ ਹਾਲਾਤ ਏਦਾਂ ਦੇ ਹੈਗੇ ਨੇ ਕਿ 2 ਮਹੀਨੇ ਤੇ ਬੜੀ ਦੂਰ ਦੀ ਗੱਲ ਹੈਗੀ ਹੈ। ਅਗਲੇ 5-7 ਦਿਨਾਂ ਦੇ ਵਿੱਚ ਕੁਝ ਫੈਸਲਾ ਕਾਂਗਰਸ ਹਾਈ ਕਮਾਨ ਨੂੰ ਕਰਨ ਵਾਸਤੇ ਸਿੱਧੂ ਉਹਨਾਂ ਵੀ ਮਜਬੂਰ ਕਰ ਰਹੇ ਨੇ, ਔਰ ਪਾਰਟੀ ਦੇ ਉਹ ਕੈਬਨਿਟ ਮੰਤਰੀ ਜਿਹੜੇ ਸਿੱਧੂ ਉਹਨਾਂ ਦੀ ਖਿਲਾਫਤ ਕਰ ਰਹੇ ਨੇ, ਉਹ ਵੀ ਹਾਈ ਕਮਾਨ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਅਪੀਲ ਕਰ ਰਹੇ ਨੇ ਕਿ ਸਿੱਧੂ ਉਹਨਾਂ ਦਾ ਕੁਝ ਕਰੋ। ਔਰ ਸਿੱਧੂ ਉਹਨਾਂ ਆਪ ਵੀ ਕਹਿ ਰਹੇ ਨੇ ਕਿ ਮੇਰਾ ਕੁਝ ਕਰੋ। ਯਾਨੀ ਸਵਾਲ ਤੇ ਜਵਾਬ ਦੋਨੋਂ ਪਾਸੋਂ ਇੱਕੋ ਹੀ ਹੈ ਕਿ ਮੇਰਾ ਕੁਝ ਕਰੋ, ਉਹ ਕਹਿੰਦੇ ਨੇ ਸਿੱਧੂ ਦਾ ਕੁਝ ਕਰੋ। ਕੁਝ ਸਿੱਧੂ ਦਾ ਕਰਦੇ ਆ ਜਾਂ ਨਹੀਂ ਕਰਦੇ ਆ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ 2 ਤਰੀਕ ਦੀ ਜਿਹੜੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੈ, ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ 2 ਦਰਜਨ ਤੋਂ ਵੱਧ ਸਿਟਿੰਗ ਐਮਐਲਏ ਹੈ, ਉਹਨਾਂ ਦੀ ਟਿਕਟ ਕੱਟ ਸਕਦੀ ਹੈ। ਜਦ ਸਿੱਧੂ ਉਹਨਾਂ ਦੇ ਡਾਇਰੈਕਟ ਜਾਂ ਇਨਡਾਇਰੈਕਟ ਏਦਾਂ ਦੇ ਕੋਈ ਬਿਆਨ ਆਉਂਦੇ ਨੇ ਤੇ ਪਾਰਟੀ ਦੇ ਵਿੱਚ ਹੜਕੰਪ ਮਚ ਜਾਂਦਾ ਹੈ। ਔਰ ਭਾਜਪਾ ਦੇ ਵਿੱਚ ਜਾਣ ਵਾਲੇ ਐਮਐਲਏਆਂ ਦੀ ਗਿਣਤੀ ਚਾਹੇ ਅਫਵਾਹਾਂ ਦੇ ਵਿੱਚ ਹੀ ਹੋਣ, ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਏਦਾਂ ਦੇ ਹਾਲਾਤ ਵਿੱਚ ਪਾਰਟੀ ਨੂੰ ਯੂਨਾਈਟਿਡ ਰੱਖਣਾ, ਕਿਉਂਕਿ ਭਾਵੇਂ ਹਜੇ 2 ਹੀ ਐਮਐਲਏ ਗਏ ਨੇ ਔਰ ਉਹਨਾਂ 2 ਐਮਐਲਏਆਂ ਦੇ ਬਾਰੇ ਚ ਕਾਂਗਰਸ ਦੇ ਬਿਆਨ ਵੀ ਆਏ ਨੇ ਕਿ ਇਹਨਾਂ ਨੂੰ ਤੇ ਅਸੀਂ ਪਹਿਲੇ ਟਿਕਟ ਵਾਸਤੇ ਮਨਾ ਕਰ ਚੁੱਕੇ ਸੀਗੇ। ਕਿ ਉਹ ਬਾਕੀ 24 ਐਮਐਲਏਆਂ ਨੂੰ ਵੀ ਟਿਕਟ ਵਾਸਤੇ ਮਨਾ ਕਰ ਚੁੱਕੇ ਨੇ? ਫਿਰ ਤੇ ਉਹ ਜਾਣਗੇ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਤਕੀ 15 ਤੋਂ 20 ਨਵੇਂ ਫੇਸਿਸ ਔਰ ਆਮ ਆਦਮੀ ਵਰਗੇ ਫੇਸਿਸ, ਯਾਨੀ ਕੁਝ ਡਾਕਟਰ ਹੋ ਸਕਦੇ ਆ, ਕੁਝ ਪੱਤਰਕਾਰ ਵੀ ਹੋ ਸਕਦੇ ਆ ਤੁਹਾਡੇ ਵਰਗੇ, ਜਾਂ ਹੋਰ ਵੀ ਕੁਝ ਏਦਾਂ ਦੇ ਲੀਡਰ ਹੋ ਸਕਦੇ ਆ ਜਿਨ੍ਹਾਂ ਨੂੰ ਪੋਲਿਟਿਕਸ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਆਪਣੀ ਪਹਿਲਾਂ ਸਤਿ ਸ੍ਰੀ ਅਕਾਲ ਨੰਬਰ 1। ਦੂਜੀ ਗੱਲ, ਜਿਹੜਾ ਤੁਹਾਡਾ ਕਿੱਤਾ ਤੇ ਕਸਬ ਹੈ, ਜੇ ਤੁਸੀਂ ਉਹਦੇ ਚ ਸੰਤੁਸ਼ਟ ਜਾਂ ਤੁਸੀਂ ਉਹਦੇ ਵਿੱਚ ਖੁਸ਼ ਨਹੀਂ, ਤਾਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਖੁਸ਼ ਨਹੀਂ ਕਰ ਸਕਦੀ। ਔਰ ਅਗਲੀ ਗੱਲ ਕਿ ਇੱਕ ਖੇਤਰ ਦੇ ਵਿੱਚ ਥੋੜਾ ਬਹੁਤਾ ਠੀਕ ਕਰਨ ਵਾਲਾ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਖੇਤਰਾਂ ਦੇ ਵਿੱਚ ਠੀਕ ਹੋਵੇ। ਮੈਨੂੰ ਲੱਗਦਾ ਹੈ ਕਿ ਚੰਗੇ ਲੋਕ, ਐਕਸਪਰਟ ਲੋਕ ਵੱਖ-ਵੱਖ ਖੇਤਰਾਂ ਦੇ ਉਹਨਾਂ ਖੇਤਰਾਂ ਲਈ ਚਾਹੀਦੇ ਹੁੰਦੇ ਆ ਜਿਹਦੇ ਵਿੱਚ ਸਰਕਾਰ ਦਾ ਉਹ ਕੰਮਕਾਜ ਕਰ ਸਕਣ। ਪਰ ਮੈਂ ਹੁਣ ਜਿਹੜੀ ਗੱਲ ਤੇ ਜਾਣਾ ਹੈ, ਦੇਖੋ ਗੱਲ ਸਾਰੀ ਭਾਸਕਰ ਸਾਹਿਬ ਬੜੇ ਟਿਕਾਣੇ ਲੈਂਦੀ ਹੈ ਤੁਸੀਂ। ਗੱਲ ਇਸ ਗੱਲ ਦੀ ਹੈ ਕਿ ਲੋਕ ਬਦਲਾਅ ਚਾਹੁੰਦੇ ਆ। ਇਹ ਵੀ ਇਸ ਤਰ੍ਹਾਂ ਦੀ ਕਵਾਇਦ ਕਰਕੇ ਸਾਰੀਆਂ ਪਾਰਟੀਆਂ ਲੋਕਾਂ ਦੇ ਉਸ ਬਦਲਾਅ ਦੀ ਖਾਹਿਸ਼ ਨੂੰ ਕੈਸ਼ ਕਰਨਾ ਚਾਹੁੰਦੀਆਂ। ਇਹ ਚਾਹੁੰਦੀਆਂ ਨੇ ਕਿ ਅਸੀਂ ਇਹਨੂੰ ਜੇਬ ਚ ਪਾ ਲਈਏ। ਲੋਕ ਸੋਚਦੇ ਆ ਅਸੀਂ ਕਵਾਂਗੇ ਅਸੀਂ ਦੇਖੋ ਤੁਹਾਨੂੰ ਸੁਧਾਰਨ ਦੇ ਦਿੱਤੇ, ਟੀਚਰ ਦੇ ਦਿੱਤੇ ਜਾਂ ਬਾਕੀ ਲੋਕ ਦੇ ਦਿੱਤੇ। ਗੱਲ ਇਹ ਨਹੀਂ ਭਾਸਕਰ ਸਾਹਿਬ, ਸਵਾਲ ਇਸ ਗੱਲ ਦਾ ਹੈ, ਇੱਥੇ ਤਾਂ ਸਿਆਪਾ ਇਸ ਗੱਲ ਦਾ ਵੀ ਖੜਾ ਹੋ ਗਿਆ ਕਿ ਸਥਾਪਤੀ ਦੇ ਖਿਲਾਫ ਭੁਗਤਣ ਵਾਲੀ ਵੋਟ ਜਿਹੜੀ ਬਦਲਾਅ ਦੀ ਖਾਹਿਸ਼ਮੰਦ ਹੁੰਦੀ ਹੈ, ਉਹਦੇ ਲਈ ਵੀ ਤਾਂ ਸਾਹਮਣੇ ਕੋਈ ਮੰਚ ਨਹੀਂ ਦਿਸਦਾ। ਆਮ ਆਦਮੀ ਪਾਰਟੀ ਪਿਛਲੇ ਸਾਲਾਂ ਦੇ ਵਿੱਚ ਉਸ ਬਦਲਾਅ ਵਾਲੀ ਲਹਿਰ ਤੇ ਚੜ ਕੇ ਉਸ ਰਵਾਇਤੀ ਪਾਰਟੀਆਂ ਤੋਂ ਖਫਾ ਵੋਟ ਦੇ ਸਿਰ ਤੇ 4 ਮੈਂਬਰ ਪਾਰਲੀਮੈਂਟ ਔਰ 20 ਐਮਐਲਏ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਣ ਚ ਕਾਮਯਾਬ ਹੋ ਗਈ। ਹੁਣ ਇਸ ਵੇਲੇ ਵੀ ਕੇਜਰੀਵਾਲ ਸਿਰਫ ਉਸੇ ਹੀ ਵੋਟ ਬੈਂਕ ਤੇ ਖੜੇ ਨੇ ਜਿਹੜਾ ਵੋਟ ਬੈਂਕ ਦੂਜੀਆਂ ਪਾਰਟੀਆਂ ਤੋਂ ਨਿਰਾਸ਼ ਤੇ ਨਾਰਾਜ਼ ਆ। ਲੇਕਿਨ ਇੱਥੇ ਬੜਾ ਵੱਡਾ ਝੋਲ ਹੈ, ਇੱਥੇ ਬਹੁਤ ਵੱਡਾ ਮੋੜ ਹੈ। ਜਰਾ ਨੀਜ ਨਾਲ ਤੱਕੋਗੇ, ਗੌਰ ਨਾਲ ਵੇਖੋਗੇ ਤਾਂ ਜਿਹੜੀ ਵੋਟ ਇੱਕ ਜਗ੍ਹਾ ਪੋਲ ਹੋਣੀ ਸੀ, ਜਿਹੜੀ ਵੋਟ ਬਦਲਾਅ ਦੀ ਵੋਟ ਸੀ, ਜੇ ਉਹ ਹੁਣ ਸੰਯੁਕਤ ਸਮਾਜ ਮੋਰਚਾ ਖਲੋ ਜਾਂਦਾ, ਦੂਜੇ ਬੰਨੇ ਕੇਜਰੀਵਾਲ ਖਲੋ ਜਾਂਦਾ, ਤਾਂ ਉਹ 2 ਜਗ੍ਹਾ ਵੰਡ ਹੋਣੀ ਆ। ਸੀਟ ਦੋਵਾਂ ਦੀ ਮੈਨੂੰ ਨਹੀਂ ਪਤਾ, ਗਨੀਮਤ ਆ, ਕੋਈ ਖੁਸ਼ਕਿਸਮਤ ਹੋਊਗਾ ਜਿਹੜਾ ਦੋਨਾਂ ਵੱਲੋਂ ਜਿੱਤ ਜੇ ਇਸ ਸਥਿਤੀ ਦੇ ਵਿੱਚ ਕੇਜਰੀਵਾਲ ਨੂੰ ਵੋਟ ਵੰਡ ਕੇ ਪੈਂਦੀ ਆ, ਤਾਂ ਫਿਰ ਮੈਨੂੰ ਸਮਝਾਓ ਕਿ ਬਦਲਾਅ ਤਾਂ ਆਉਣ ਤੋਂ ਪਹਿਲਾਂ ਹੀ ਮਰ ਗਿਆ। ਬਦਲਾਅ ਦੀ ਸੋਚ ਆਪੇ ਹੱਥੀਂ ਆਪਾਂ ਕਤਲ ਕਰਤੀ। ਕੇਜਰੀਵਾਲ ਕਿਸ ਆਸ ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਬੂਹਾ ਬੰਦ ਕਰਦਾ, ਮੈਨੂੰ ਸਮਝ ਨਹੀਂ ਆਈ। ਕੱਲ ਦੀ ਕੇਜਰੀਵਾਲ ਦੀ ਸਟੇਟਮੈਂਟ ਸਾਫ਼ ਸੀ ਕਿ ਅਸੀਂ ਸ਼ਾਇਦ ਨਹੀਂ ਕਰਾਂਗੇ ਸਮਝੌਤਾ ਸੰਯੁਕਤ ਸਮਾਜ ਮੋਰਚੇ ਨਾਲ। ਰਾਜੇਵਾਲ ਸਾਹਿਬ ਲਈ ਸਥਿਤੀ ਬੜੀ ਖਰਾਬ ਹੋ ਗਈ ਹੋਊਗੀ। ਪਤਾ ਨਹੀਂ ਉਹ ਕਿਸ ਆਸ ਤੇ ਲੜਨਗੇ ਜਾਂ ਉਹ 117 ਕੈਂਡੀਡੇਟ ਕਿਵੇਂ ਲਿਆਉਣਗੇ, ਇਕੱਲੇ ਲੜਨਗੇ, ਹੋਰ ਕਿਸੇ ਨਾਲ ਵੀ ਉਹਨਾਂ ਦੇ ਜਾਣ ਤੇ ਉਹਨਾਂ ਤੇ ਦੋਸ਼ ਲੱਗਣੇ ਆ, ਇਹ ਰਾਜੇਵਾਲ ਨੂੰ ਬਹੁਤ ਪਤਾ ਹੈ।
ਗਦਾਰ ਤੱਕ ਲੋਕ ਕਹਿ ਦਿੰਦੇ ਆ। ਤੁਸੀਂ ਕਾਂਗਰਸ ਨਾਲ ਨਹੀਂ ਜਾ ਸਕਦੇ, ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਜਾ ਸਕਦੇ, ਲੇਕਿਨ ਜੇ ਇਕੱਲੇ ਲੜਦੇ ਹੋ ਤਾਂ ਤੁਸੀਂ ਕਿੰਨਾ ਪਾਰਟੀਆਂ ਦੀ ਵੋਟ ਖਰਾਬ ਕਰਦੇ ਹੋ। ਇਹ ਬੜਾ ਦਿਲਚਸਪ ਆ। ਭਾਸਕਰ ਸਾਹਿਬ, ਮੈਨੂੰ ਇਸ ਸਵਾਲ ਦਾ ਜਵਾਬ ਦਿਓ ਕਿ ਬਦਲਾਅ ਲਈ ਤਾਂਘ ਦੇ ਲੋਕਾਂ ਦੇ ਸਾਹਮਣੇ ਦੀਵਾਰ ਬਣ ਕੇ ਖਲੋਗੀ ਆਮ ਆਦਮੀ ਪਾਰਟੀ ਔਰ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਦੀ ਹਉਮੈ ਦੀ ਲੜਾਈ। ਕੀ ਮੈਂ ਕਹਿ ਸਕਦਾ, ਹਾਲਾਂਕਿ ਮੈਨੂੰ ਹੱਕ ਨਹੀਂ, ਕੀ ਰਾਜੇਵਾਲ ਔਰ ਕੇਜਰੀਵਾਲ ਸੇਮ ਸਭੇ ਤੇ ਹੋਣਗੇ ਅਸਫਲਤਾ ਦੇ ਨਜ਼ਰੀਏ ਤੋਂ ਜੇ ਇਕੱਠੇ ਨਹੀਂ ਹੁੰਦੇ? ਔਰ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਲਗਭਗ ਮੁੱਕ ਗਈਆਂ ਨੇ। ਹਾਂ, ਜੇਕਰ ਸ਼ਾਇਦ ਕੇਜਰੀਵਾਲ ਨੂੰ ਇਹ ਲੱਗਦਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਵਰਗਾ ਚਿਹਰਾ ਕਾਂਗਰਸ ਦੇ ਵਿੱਚੋਂ ਦਰਬਦਰ, ਕਾਂਗਰਸ ਦੇ ਵਿੱਚੋਂ ਨਿਰਾਸ਼ ਤੇ ਨਾਰਾਜ਼ ਹੋ ਕੇ ਆਖਰੀ ਮੰਚ ਵਜੋਂ ਆਮ ਆਦਮੀ ਪਾਰਟੀ ਨੂੰ ਦੇਖੇਗਾ, ਉਸ ਵੇਲੇ ਰਾਜੇਵਾਲ ਦੀ ਲੋੜ ਸ਼ਾਇਦ ਇੰਨੀ ਨਹੀਂ ਰਹੇਗੀ। ਸ਼ਾਇਦ ਇਸ ਤਰ੍ਹਾਂ ਦੀ ਗੱਲ ਨੂੰ ਜੇ ਅੱਗੇ ਵਧਾ ਲਈਏ। ਅਦਰਵਾਈਜ਼ ਬਦਲਾਅ ਲਈ ਇੱਛਾਵਾਨ ਲੋਕਾਂ ਦੀ ਮੈਨੂੰ ਲੱਗਦਾ ਇੱਛਾ ਸਮੇਂ ਤੋਂ ਪਹਿਲਾਂ ਜਾਂ ਵਕਤ ਦੇ ਗਰਭ 'ਚ ਹੀ ਕਤਲ ਹੋ ਚੱਲੀ ਹੈ। ਕੀ ਕਹਿੰਦੇ ਹੋ? ਰੰਧਾਵਾ ਜੀ, ਜਿਹੜੀ ਗੱਲਾਂ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ, ਜਦ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਕਹੀ ਸੀ ਕਿ ਬੜੀ ਛੇਤੀ ਕਿਸਾਨਾਂ ਦਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਮਝੌਤਾ ਹੋਣ ਜਾ ਰਿਹਾ ਹੈ ਔਰ ਉਹ 30 ਤੋਂ 40 ਸੀਟਾਂ ਦੇ ਵਿੱਚ ਕਿਸੇ ਵੀ ਫਿਗਰ ਦੇ ਉੱਤੇ ਉਹ ਗੱਲ ਬਣ ਸਕਦੀ ਹੈ। ਇਸ ਗੱਲ ਦੀ ਗੱਲਬਾਤ ਵੀ ਹੋ ਚੁੱਕੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਦਿਨ ਅਸੀਂ ਡਿਕਲੇਅਰ ਕੀਤਾ ਸੀ ਉਸ ਤੋਂ ਅਗਲੇ ਦਿਨ ਜਿਹੜਾ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਨੇ ਬਣਾਇਆ ਸੀਗਾ ਔਰ ਇਸ ਗੱਲ ਦਾ ਅਸੀਂ ਪਹਿਲੇ ਹੀ ਖੁਲਾਸਾ ਕਰ ਚੁੱਕੇ ਸੀ ਔਰ ਕਈ ਸੂਤਰ ਹੋਰ ਵੀ ਇਹ ਗੱਲ ਕਹਿ ਰਹੇ ਸੀ ਕਿ ਵੀ ਸਮਝੌਤਾ ਤੇ ਪੱਕਾ ਹੋਣਾ ਹੈ। ਉਹ 2 3 4 ਦਿਨ ਲਗਾਤਾਰ ਕਿਸਾਨੀ ਕੁਝ ਜਥੇਬੰਦੀਆਂ ਨੇ ਇਸ ਮੁਹਿੰਮ ਦਾ ਵਿਰੋਧ ਕੀਤਾ ਔਰ ਉਸ ਵਿਰੋਧ ਤੋਂ ਬਾਅਦ ਕੇਜਰੀਵਾਲ ਉਹਨਾਂ ਜਿਹੜੇ ਪਹਿਲੇ ਬਹੁਤ ਜ਼ਿਆਦਾ ਇੰਟਰਸਟਿਡ ਸੀਗੇ ਕਿਸਾਨਾਂ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ, ਉਹ ਚੰਡੀਗੜ੍ਹ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ 14 ਸੀਟਾਂ ਜਿੱਤ ਜਾਂਦੇ ਨੇ। ਉਹ 14 ਸੀਟਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਬਦਲਾਵ ਦੀ ਜਿੰਨੀ ਵੀ ਵੋਟ ਹੈ ਉਹ ਪੰਜਾਬ ਦੇ ਵਿੱਚ ਵੀ ਸਾਨੂੰ ਹੀ ਪੈਣੀ ਹੈ ਔਰ ਉਸ ਤੋਂ ਬਾਅਦ ਉਸ ਸਮਝੌਤੇ ਤੋਂ ਪਿੱਛੇ ਹਟਦਾ ਨਜ਼ਰ ਆਉਂਦੇ ਨੇ। ਭਾਵੇਂ ਪਬਲਿਕਲੀ ਇਹ ਗੱਲ ਨਹੀਂ ਕਹਿੰਦੇ, ਪਰ ਉਹ ਲਗਾਤਾਰ ਚੌਥੀ ਲਿਸਟ, ਪੰਜਵੀਂ ਲਿਸਟ, ਛਠੀ ਲਿਸਟ ਦੇ ਕੇ ਇੰਨੀ ਕੁ ਸੀਟਾਂ ਵੀ ਸੰਯੁਕਤ ਸਮਾਜ ਮੋਰਚੇ ਵਾਸਤੇ ਨਹੀਂ ਛੱਡਦੇ ਕਿ ਆਪਾਂ ਕਹਿ ਸਕੀਏ ਕਿ ਹਜੇ ਵੀ ਸਮਝੌਤੇ ਦੀ ਕੋਈ ਗੁੰਜਾਇਸ਼ ਹੈ। ਪਰ ਚਲੋ, ਹੁਣ ਤੇ ਕੇਜਰੀਵਾਲ ਉਹਨਾਂ ਨੇ ਕਹਿ ਹੀ ਦਿੱਤਾ ਕਿ ਸਾਡਾ ਐਦਾਂ ਦਾ ਕੋਈ ਵੀ ਸਮਝੌਤਾ ਕਿਸਾਨਾਂ ਨਾਲ ਨਹੀਂ ਹੋਣਾ। ਜਦ ਕੇਜਰੀਵਾਲ ਉਹ ਇਹ ਗੱਲ ਕਹਿੰਦੇ ਨੇ ਔਰ ਦੂਜੇ ਪਾਸੇ ਰਾਜੇਵਾਲ ਇਹ ਗੱਲ ਕਹਿੰਦੇ ਨੇ ਕਿ ਉਹ 4-5 ਸੀਟਾਂ ਸਾਨੂੰ ਦੇਣ ਨੂੰ ਰਾਜੀ ਹੈਗੇ ਨੇ ਔਰ ਉਹ ਸਮਝਦੇ ਨੇ ਕਿ ਵੀ 4-5 ਸੀਟਾਂ ਦੇ ਉੱਤੇ ਵੀ ਆਪਾਂ ਮੰਨ ਜਾਵਾਂਗੇ। ਇਹਦੇ ਪਿੱਛੇ ਜਿਹੜੀ ਤਾਕਤਾਂ ਕੰਮ ਕਰ ਰਹੀ ਹੈ, ਜਿਹੜੀ ਅਦਰਸ਼ ਹੈ, ਇਨਵਿਜ਼ੀਬਲ ਤਾਕਤਾਂ ਕੰਮ ਕਰ ਰਹੀ ਹੈ, ਸਾਡਾ ਧਿਆਨ ਉਸ ਤਰਫ ਨਹੀਂ ਜਾਂਦਾ। ਕਿਹੜੀ ਪੋਲੀਟੀਕਲ ਪਾਰਟੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ ਜਦ ਇਹ ਦੋਨੋਂ ਵੱਖ-ਵੱਖ ਹੋ ਕੇ ਪਾਰਟੀਆਂ ਇੱਕ ਬਦਲਾਵ ਦੀ ਵੋਟ ਨੂੰ ਵੰਡ ਸਕਣ। ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨਾ ਉਸ ਪੋਲੀਟੀਕਲ ਪਾਰਟੀ ਦਾ ਨਾਂ ਵੀ ਲਈਏ, ਪਰ ਇੰਡੀਕੇਸ਼ਨ ਉਸ ਤਰਫ ਹੀ ਜਾਂਦਾ ਹੈ ਕਿ ਪਿੰਡੂ ਖੇਤਰ ਦੇ ਵਿੱਚ ਅਗਰ ਵੋਟਾਂ ਵੰਡੀਆਂ ਜਾਂਦੀਆਂ ਔਰ ਉਹ ਵੀ ਬਦਲਾਵ ਦੇ ਨਾਂ ਦੇ ਉੱਤੇ ਪਾਈਆਂ ਹੋਈਆਂ ਵੋਟਾਂ, ਤੇ ਸਭ ਤੋਂ ਜ਼ਿਆਦਾ ਫਾਇਦਾ ਉਸ ਪੋਲੀਟੀਕਲ ਪਾਰਟੀ ਨੂੰ ਹੋ ਸਕਦਾ ਹੈ ਜਿਹੜਾ ਅਰਬਨ ਏਰੀਆ ਦੇ ਵਿੱਚ ਯਾਨੀ ਸ਼ਹਿਰਾਂ ਦੇ ਵਿੱਚ ਆਪਣੀ ਵੋਟ ਨੂੰ ਕੰਸੋਲੀਡੇਟ ਕਰਨ ਵਿੱਚ ਕਾਮਯਾਬ ਹੋ ਜਾਏ ਔਰ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜੋ ਉਹਨਾਂ ਦਾ ਆਧਾਰ ਪਹਿਲੇ ਬਣਿਆ ਹੋਇਆ ਸੀਗਾ ਉਸ ਆਧਾਰ ਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ ਕਾਮਯਾਬ ਹੋ ਜਾਣ। ਪਰ ਉਹ ਤਾਕਤ ਦੇ ਪਿੱਛੇ ਹੈ ਜਾਂ ਨਹੀਂ ਹੈ, ਇਹ ਅਸੀਂ ਹਾਂਜੀ ਜੀ ਜੀ ਬਿਲਕੁਲ ਠੀਕ ਹੈ ਭਾਸਕਰ ਸਾਹਿਬ, ਤੁਹਾਡੀ ਗੱਲ ਨੂੰ ਮੈਂ ਸਮਝਿਆ, ਲੇਕਿਨ ਇਹਦੇ 'ਚ ਇੱਕ ਚੀਜ਼ ਬਹੁਤ ਅਹਿਮ ਆ। ਦੇਖੋ, ਪੰਜਾਬ ਦੇ ਸਮੁੱਚੇ ਸਿਆਸੀ ਦ੍ਰਿਸ਼ ਨੂੰ ਦੇਖਣਾ ਹੋਵੇ ਤਾਂ ਕਿਸਾਨੀ ਅਕਾਲੀ ਦਲ ਦਾ ਵੋਟ ਬੈਂਕ ਰਿਹਾ ਔਰ ਜੇ ਬਹੁ ਗਿਣਤੀ ਕਹੀਏ, ਸਾਰੀ ਨਾ ਵੀ ਕਹੀਏ, ਕਿਉਂਕਿ ਕਿਸਾਨੀ ਵੰਡ ਕੇ ਪੈਂਦੀ ਰਹੀ ਆ, ਪਿੰਡਾਂ ਦੀ ਵੋਟ ਧੜਿਆਂ ਚੋਂ ਨਿਕਲਦੀ ਆ। ਇੱਕ ਭਰਾ ਜੇ ਅਕਾਲੀਆਂ ਵੱਲ ਹੁੰਦਾ ਰਿਹਾ ਤੇ ਦੂਜਾ ਕਾਂਗਰਸ ਵੱਲ ਹੁੰਦਾ ਰਿਹਾ, ਲੋਕਲ ਸ਼ਰੀਕੇਬਾਜ਼ੀ ਇਹਦੇ 'ਚ ਆਉਂਦੀ ਰਹੀ ਹੈ। ਲੇਕਿਨ ਜੇ ਦੂਜਾ ਪਹਿਲੂ ਤੁਸੀਂ ਦੇਖੋ, ਸੰਯੁਕਤ ਸਮਾਜ ਮੋਰਚਾ ਸਭ ਤੋਂ ਵੱਧ ਮਾਰ ਅਕਾਲੀ ਦਲ ਨੂੰ ਮਾਰਦਾ ਹੈ। ਉਹ ਪਿੰਡਾਂ ਦੇ ਵਿੱਚ ਜੇ ਨਿੱਠ ਕੇ ਲੜਦਾ ਹੈ ਤਾਂ ਉਹ ਅਕਾਲੀ ਦਲ ਨੂੰ ਡੂੰਘੇ ਪਾਣੀ 'ਚ ਸਿਆਸੀ ਨਜ਼ਰੀਓਂ ਲੈ ਜਾਂਦਾ। ਜੇ ਕਿ ਦੂਜੇ ਬੰਨਿਓ ਸੰਯੁਕਤ ਸਮਾਜ ਮੋਰਚਾ ਜੇ ਸਭ ਤੋਂ ਵੱਧ ਕਿਸੇ ਨੂੰ ਮਾਰਦਾ ਤੇ ਉਹ ਕੇਜਰੀਵਾਲ ਨੂੰ ਮਾਰਦਾ ਹੈ। ਜਿਹੜੀ ਬਦਲਾਅ ਦੀ ਵੋਟ ਆ ਉਹ ਵੰਡ ਜਾਂਦੀ ਆ ਤੇ ਕੇਜਰੀਵਾਲ ਦਾ ਸਭ ਤੋਂ ਵੱਡਾ ਨੁਕਸਾਨ ਹੋ ਜਾਂਦਾ, ਕਿਉਂਕਿ ਜੇ ਉਹਦੀ 30,000 ਕਿਸੇ ਐਮਐਲਏ ਨੂੰ ਪੈਣ ਵਾਲੀ ਵੋਟ ਚਾਰ ਕੋਣੇ ਮੁਕਾਬਲੇ ਦੇ ਵਿੱਚ 25-30,000 ਵੋਟ ਬਹੁਤ ਹੁੰਦੀ ਹੈ। ਜੇ ਲੱਖ ਖੰਡ ਪੋਲ ਹੁੰਦੀ ਹੋਵੇ ਛੋਟੇ ਹਲਕਿਆਂ ਦੇ ਵਿੱਚ, ਤਾਂ ਕੇਜਰੀਵਾਲ ਦਾ ਕੈਂਡੀਡੇਟ ਕੁਦਰਤੀ ਕਿਸਾਨ ਮੋਰਚੇ ਨੂੰ ਪੈਣ ਵਾਲੀ ਵੋਟ ਉਹ ਵੰਡ ਜਾਂਦੀ ਹੈ ਜੀ, ਸਾਰੀ ਦੀ ਸਾਰੀ ਬਦਲਾਅ ਵਾਲੀ ਵੋਟ। ਸੋ ਅਕਾਲੀ ਦਲ ਤੇ ਕੁਝ ਹੱਦ ਤੱਕ ਕਾਂਗਰਸ ਤੇ ਤੀਜੇ ਪਾਸੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਡੈਂਟ ਪਾਉਂਦਾ ਸਿਆਸੀ। ਸੋ ਇਹ ਦਿਲਚਸਪ ਹੋਊਗਾ
ਕਿ ਆਖਰ ਸੰਯੁਕਤ ਸਮਾਜ ਮੋਰਚਾ ਕਿੰਨੀਆਂ ਸੀਟਾਂ ਤੇ ਲੜਦਾ ਤੇ ਰਾਜੇਵਾਲ ਦੀ ਪੈਂਤੜੇਬਾਜ਼ੀ ਕੀ ਹੁੰਦੀ ਆ। ਮੁੱਖ ਜਿਹੜੀ ਸਟ੍ਰਾਈਕ ਹੈ, ਜਿਹੜਾ ਮੁੱਖ ਉਹਨਾਂ ਦਾ ਨਿਸ਼ਾਨਾ ਹੈ, ਉਹ ਕਿਸ ਪਾਰਟੀ ਤੇ ਹੁੰਦਾ, ਸਮੁੱਚੀਆਂ ਪਾਰਟੀਆਂ ਤੇ ਜਾਂ ਕਿਸੇ ਇੱਕ ਪਾਰਟੀ ਤੇ, ਚੱਕੇ ਦੇ ਵੱਲ ਚੁੱਪ ਧਾਰ ਲਈ ਜਾਂਦੀ ਹੈ। ਇਹ ਦਿਲਚਸਪ ਹੋਊਗਾ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਔਰ ਅਸੀਂ ਇਸ ਗੱਲ ਦੀ ਗੱਲ ਬਹੁਤ ਪਹਿਲੇ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਸੀਗੀ ਕਿ ਜੇ ਕਿਸਾਨ ਇਲੈਕਸ਼ਨ ਦੇ ਵਿੱਚ ਉਤਰਦੇ ਨੇ ਤੇ ਇਹਦਾ ਸਿੱਧਾ ਫਾਇਦਾ ਭਾਜਪਾ ਨੂੰ ਹੋ ਸਕਦਾ ਹੈ। ਪਰ ਦੂਜੇ ਪਾਸੇ ਕੇਜਰੀਵਾਲ ਉਹਨਾਂ ਜਿਹੜੇ ਉਸ ਮੁੱਖ ਮੰਤਰੀ ਦੀ ਤਲਾਸ਼ ਜਾਂ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਉਹ ਲਗਾਤਾਰ ਕਰ ਰਹੇ ਸੀਗੇ। ਹੁਣ ਗੱਲਾਂ ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਕੀਤੀਆਂ ਕਿ 8 ਤਰੀਕ ਨੂੰ ਕੇਜਰੀਵਾਲ ਉਹਨਾਂ ਸ਼ਾਇਦ ਭਗਵੰਤ ਮਾਨ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕਰ ਦੇਣਗੇ। ਪਰ ਉਸ ਗੱਲ ਕਰਨ ਤੋਂ ਬਾਅਦ ਇਹ ਕਿਸਾਨਾਂ ਵਾਲਾ ਜਿਹੜਾ ਸਾਰਾ ਸਿਸਟਮ ਜਿਹਾ ਬਣਿਆ ਔਰ ਉਸ ਤੋਂ ਬਾਅਦ ਕਿਸਾਨਾਂ ਦੀ ਔਰ ਆਮ ਆਦਮੀ ਪਾਰਟੀ ਦੇ ਅਲਾਈਅੰਸ ਦੀ ਗੱਲ ਤੁਰ ਪਈ। ਪਰ ਇੱਕ ਵਾਰ ਫੇਰ ਇਹ ਗੱਲ ਨਿਕਲ ਕੇ ਆਈ ਹੈ ਕਿ ਬੜੀ ਛੇਤੀ ਭਗਵੰਤ ਮਾਨ ਉਹਨਾਂ ਦੇ ਸਿਰ ਤੇ ਤਾਜ ਯਾਨੀ ਮੁੱਖ ਮੰਤਰੀ ਪ੍ਰੋਜੈਕਟ ਉਹਨਾਂ ਨੂੰ ਕੀਤਾ ਜਾ ਸਕਦਾ ਹੈ। ਪਰ ਨਾਲ ਦੇ ਨਾਲ ਇਹ ਵੀ ਗੱਲਾਂ ਚੱਲਦੀ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਦੇ ਵਿੱਚ ਹੀ ਆਪਣੇ ਹੀ ਪਾਰਟੀ ਦੇ ਮੰਤਰੀਆਂ ਤੋਂ ਘਿਰੇ ਹੋਏ ਨੇ, ਉਹ ਵੀ ਹੁਣ ਤੰਗ ਆ ਚੁੱਕੇ ਨੇ। ਕਿਉਂਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਤੇ ਉਹਦੀ ਮੁੱਖ ਵਜ੍ਹਾ ਸੀਗੀ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਉਹਨਾਂ ਦੇ ਉੱਤੇ 75-25 ਦੀ ਜਾਂ ਮਿਲੀ ਭੁਗਤ ਦੀ ਰਾਜਨੀਤੀ ਦਾ ਆਰੋਪ ਲਾਇਆ ਸੀ। ਚਲੋ ਉਹ ਹਟ ਗਏ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਣਾਇਆ ਜਾ ਸਕਦਾ ਸੀ। ਕਾਂਗਰਸ ਨੇ ਸਿਰਫ ਇਸ ਕਰਕੇ ਨਹੀਂ ਬਣਾਇਆ ਕਿ 2022 ਦੇ ਵਿੱਚ ਇੱਕ ਫਰੈਸ਼ ਚਿਹਰੇ ਵਜੋਂ ਉਹਨਾਂ ਨੂੰ ਉਤਾਰਾਂਗੇ। ਔਰ ਇਸ ਗੱਲ ਦੇ ਉੱਤੇ ਸ਼ਾਇਦ ਨਵਜੋਤ ਸਿੰਘ ਸਿੱਧੂ ਉਹਨਾਂ ਵੀ ਰੈਡੀ ਹੋ ਗਏ ਸੀ। ਪਰ ਜਦ ਗੱਲ 2022 ਦੀ ਆਈ ਤੇ ਅੱਜ ਉਹੀ ਕਾਂਗਰਸ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਕੇ ਮਨਾਇਆ ਸੀ ਕਿ ਤੁਹਾਨੂੰ ਐਜ਼ ਏ ਫਰੈਸ਼ ਚਿਹਰਾ 2022 ਦੇ ਵਿੱਚ ਉਤਾਰਾਂਗੇ, ਅੱਜ ਉਹ ਆਪਣੀ ਗੱਲਾਂ ਤੋਂ ਹੀ ਆਪਣੀ ਮਜਬੂਰੀਆਂ ਕਰਕੇ ਹੀ ਪਿਛਾਂ ਜਾਂਦੀ ਨਜ਼ਰ ਆਉਂਦੀ ਹੈ। ਔਰ ਨਵਜੋਤ ਸਿੰਘ ਸਿੱਧੂ ਉਹ ਵਾਅਦੇ ਉਹ ਗੱਲਾਂ ਕਾਂਗਰਸ ਹਾਈ ਕਮਾਨ ਨੂੰ ਬਾਰ-ਬਾਰ ਯਾਦ ਦਿਲਾ ਰਹੇ ਨੇ ਕਿ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ 2022 ਤੋਂ ਪਹਿਲੇ ਤੁਸੀਂ ਬਤੌਰ ਮੁੱਖ ਮੰਤਰੀ ਅਗਲੇ ਮੁੱਖ ਮੰਤਰੀ ਮੈਨੂੰ ਪ੍ਰੋਜੈਕਟ ਕਰੋਗੇ। ਪਰ ਉਹ ਹੁਣ ਕਾਂਗਰਸ ਹਾਈ ਕਮਾਨ ਵੀ ਕਸੂਤੀ ਫਸੀ ਨਜ਼ਰ ਆ ਰਹੀ ਹੈ। ਜਿਹੜੀ ਤੁਸੀਂ ਗੱਲ ਕਹੀ ਕਿ ਵਿਸ਼ੇਸ਼ ਵਰਗ ਦਾ ਇੱਕ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਔਰ ਉਸ ਮੁੱਖ ਮੰਤਰੀ ਦੇ ਨਾਂ ਤੇ ਇੱਕ ਵਿਸ਼ੇਸ਼ ਵਰਗ ਦੀ ਵੋਟਾਂ ਦੇ ਵਿੱਚ ਇੱਕ ਤਰੀਕੇ ਨਾਲ ਪੋਲਰਾਈਜੇਸ਼ਨ ਹੋ ਜਾਣਾ ਔਰ ਉਮੀਦਾਂ ਦੀ ਜਿਹੜੀ ਇੱਕ ਉਮੀਦਾਂ ਕਾਫੀ ਵੱਧ ਜਾਣੀ ਕਿ ਉਸ ਵਿਸ਼ੇਸ਼ ਵਰਗ ਦੀ ਵੋਟ ਉਹ ਜਿਹੜੀ 33-34% ਹੈਗੀ ਹੈ ਉਹ ਸ਼ਾਇਦ ਕਾਂਗਰਸ ਨੂੰ ਮਿਲ ਸਕਦੀ ਹੈ। ਔਰ ਇਸ ਟਾਈਮ ਅਗਰ ਚੰਨੀ ਉਹਨਾਂ ਨੂੰ ਬਤੌਰ ਅਗਲੇ ਮੁੱਖ ਮੰਤਰੀ ਪ੍ਰੋਜੈਕਟ ਨਹੀਂ ਕੀਤਾ ਜਾਂਦਾ ਜਾਂ ਉਸ ਰੇਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਤੇ ਉਸ ਵਧੀ ਹੋਈ ਐਕਸਪੈਕਟੇਸ਼ਨ ਤੋਂ ਵਾਂਝਾ ਰਹਿਣਾ ਪਏਗਾ। ਇਸ ਕਰਕੇ ਕਾਂਗਰਸ ਦੇ ਵਾਸਤੇ ਵੀ ਕੋਈ ਸੌਖਾ ਨਹੀਂ ਹੈ ਕਿਸੇ ਇੱਕ ਨੂੰ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰਨਾ। ਇਹ ਬੰਦ ਕਮਰਿਆਂ ਦੇ ਵਿੱਚ ਸਿੱਧੂ ਉਹਨਾਂ ਨੂੰ ਇਹ ਗੱਲ ਸਮਝਾਈ ਜਾਂਦੀ ਹੈ, ਪਰ ਕਿਉਂਕਿ ਸਿੱਧੂ ਉਹਨਾਂ ਨੂੰ ਇਹ ਗੱਲ ਬੰਦ ਕਮਰਿਆਂ ਦੇ ਵਿੱਚ ਕਈ ਵਾਰ ਸਮਝਾਈ ਗਈ ਹੈ, ਪਰ ਬਾਅਦ ਚੋਂ ਹਾਈ ਕਮਾਨ ਇਸ ਕੈਪੈਸਿਟੀ ਦੇ ਵਿੱਚ ਨਹੀਂ ਰਹਿੰਦੇ ਕਿ ਉਹਨਾਂ ਬੰਦ ਕਮਰਿਆਂ ਦੇ ਵਿੱਚ ਕੀਤੀ ਹੋਈ ਗੱਲਾਂ ਨੂੰ ਇੰਪਲੀਮੈਂਟ ਕਰ ਸਕਣ, ਕਿਉਂਕਿ ਉਹਨਾਂ ਦੀ ਆਪ ਦੀ ਵੀ ਇੱਕ ਮਜਬੂਰੀ ਹੋ ਜਾਂਦੀ ਹੈ। ਮੈਨੂੰ ਲੱਗਦਾ ਹਾਲਾਤ ਕਾਂਗਰਸ ਦੇ ਵਿੱਚ ਕੁਝ ਐਦਾਂ ਹੀ ਚੱਲ ਰਹੇ। ਔਰ ਜੇਕਰ ਤੁਸੀਂ ਮੁੱਖ ਮੰਤਰੀ ਦੀ ਜਲੰਧਰ ਫੇਰੀ ਤੁਹਾਡੇ ਐਨ ਗੁਆਂਢ 'ਚ ਦੇਖੋਗੇ, ਡੇਰਾ ਸੱਚਖੰਡ ਬੱਲਾਂ ਦੀ ਗੱਲ ਕਰ ਲਈਏ, ਇੱਕ ਹੋਰ ਡੇਰੇ 'ਚ ਜਾਣ ਦੀ ਗੱਲ ਕਰ ਲਈਏ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਾਖੂਬੀ ਇਲਮ ਆ ਕਿ ਮੈਂ ਕੀ ਕਰਨਾ ਹੈ ਤੇ ਉਹ ਕਰ ਵੀ ਰਹੇ ਆ ਤੇ ਉਹਦੇ ਨਤੀਜੇ ਵੀ ਆ ਰਹੇ ਆ। ਕਾਂਗਰਸ ਲਈ ਬਹੁਤ ਔਖਾ ਹੋ ਗਿਆ ਹੁਣ ਇਸ ਮਸਲੇ ਨੂੰ ਪਾਰ ਪਾਉਣਾ। ਕਈ ਵਾਰੀ ਤੁਸੀਂ ਫੈਸਲੇ ਕਰ ਲੈਂਦੇ ਹੋ ਲੇਕਿਨ ਉਹਨਾਂ ਦੇ ਦੂਰ ਸਿੱਟਿਆਂ ਤੋਂ ਬਾਖਬਰ ਨਹੀਂ ਹੁੰਦੇ, ਬੇਖਬਰ ਹੁੰਦੇ ਹੋ ਤੇ ਸ਼ਾਇਦ ਤੁਹਾਨੂੰ ਉਹਦੇ ਨਤੀਜੇ ਭੁਗਤਣੇ ਪੈਂਦੇ ਆ। ਹੁਣ ਮੈਨੂੰ ਲੱਗਦਾ ਕਿ ਵੱਖ-ਵੱਖ ਥਾਈਂ ਕੀਤੇ ਪ੍ਰੋਮਿਸਿਸ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸਿੱਧੂ ਨਾਲ ਕੀਤਾ ਪ੍ਰੋਮਿਸ ਕਿ ਤੈਨੂੰ ਅੱਗੇ ਵਧਾਵਾਂਗੇ, ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਲਈ ਅੱਗੇ ਵਧਾ ਕੇ ਪਿਛਾਂ ਖਿੱਚ ਲੈਣਾ, ਰੰਧਾਵਾ ਦੇ ਨਾਂ ਤੇ ਵੋਟਾਂ ਹੋ ਜਾਣੀਆਂ ਫਿਰ ਪਿੱਛੇ ਲੈ ਜਾਣਾ, ਚੰਨੀ ਸਾਹਿਬ ਨੂੰ ਬਣਾ ਦੇਣਾ ਲੇਕਿਨ ਹੁਣ ਨਾ ਅੱਗੇ ਨਾ ਵਧਾਉਣਾ, ਕਾਂਗਰਸ ਲਈ ਕਾਫੀ ਮੁਸ਼ਕਿਲਾਂ ਨੇ। ਲੇਕਿਨ ਹੁਣ ਆਪਾਂ ਦਿੱਲੀ ਪੋਲਿਟਿਕਸ ਡਿਸਕਸ ਕਰਦੇ ਹਾਂ, 2-3 ਮਿੰਟ ਦੇ ਵਿੱਚ ਖਤਮ ਕਰਾਂਗੇ ਗੱਲ। ਮੈਨੂੰ ਭਾਸਕਰ ਸਾਹਿਬ ਨੇ ਬੜਾ ਦਿਲਚਸਪ ਲੱਗਿਆ, ਅਕਾਲੀ ਪੋਲਿਟਿਕਸ ਨੂੰ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਝਟਕੇ ਤੇ ਝਟਕਾ ਲੱਗੀ ਜਾਂਦਾ ਹੈ। ਬਾਦਲਕਿਆਂ ਨੇ ਪਹਿਲਾਂ ਅਵਤਾਰ ਸਿੰਘ ਹਿੱਤ ਵੱਡੇ ਬਾਦਲ ਦੇ ਨੇੜੇ ਹੁੰਦੇ ਸੀ, ਫਿਰ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਦਾ ਚਿਹਰਾ ਰਹੇ, ਸਾਫ ਸੁਥਰਾ ਚਿਹਰਾ ਸੀਗਾ, ਬੋਲਣ ਚਾਲਣ ਚ ਤਗੜੇ ਸੀ। ਫਿਰ ਉਹਨਾਂ ਦੇ ਇੱਕ ਧਾਕੜ ਨੌਜਵਾਨ ਨੇਤਾ ਮਨਜਿੰਦਰ ਸਿੰਘ ਸਿਰਸਾ ਬੜੀ ਤੇਜ਼ ਤਰਾਰੀ ਨਾਲ ਵਧੇ ਅੱਗੇ, ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਆਪਾਂ ਸਰਗਰਮੀਆਂ ਚ ਦੇਖਿਆ
ਔਰ ਇਸ ਵਾਰੀ ਦੀ ਇਲੈਕਸ਼ਨ ਮਨਜਿੰਦਰ ਸਿੰਘ ਸਿਰਸਾ ਇਕੱਲਿਆਂ ਹੀ ਜਿੱਤ ਕੇ ਲਏ। ਹਾਲਾਤ ਬਦਲੇ ਨੇ, ਉਹ ਭਾਜਪਾ 'ਚ ਨੇ, ਭਾਜਪਾ ਪਾਵਰਫੁਲ ਆ। ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਜੇ ਬੀਜੇਪੀ 'ਚ ਜਾਂਦੇ ਸੀ ਇਲਜ਼ਾਮ ਜ਼ਿਆਦਾ ਲੱਗਣੇ ਸੀ। ਪ੍ਰਧਾਨਗੀ ਤੋਂ ਅਸਤੀਫਾ ਤਾਂ ਦਿੱਤਾ ਤੇ ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਫੋਟੋ ਵੀ ਹੋ ਗਈ, ਉਹ ਭਾਰਤੀ ਜਨਤਾ ਪਾਰਟੀ ਦਾ ਸਿੱਖ ਚਿਹਰਾ ਹੋ ਗਏ। ਪਰ ਹੁਣ ਜਦੋਂ ਇੰਜ ਲੱਗਿਆ ਕਿ ਬਾਦਲ ਕਿਆਂ ਨੂੰ ਸਮਝ ਆਈ ਕਿ ਇਹ ਨਾ ਹੋਵੇ ਕਿ ਸਭ ਕੁਝ ਹੀ ਜਾਂਦਾ ਰਵੇ, ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫਾ ਪ੍ਰਵਾਨ ਕਰਨ ਲਈ ਥੱਲੇ ਇੱਕ ਵਿਉਂਤਬੰਦੀ ਕੀਤੀ। ਉਹਦੇ ਵਿੱਚ ਜੇ ਦੂਜੇ ਪਾਸਿਓਂ ਦੇਖੋ ਤੇ ਸਿਰਸਾ ਦੇ ਪੁਰਾਣੇ ਸ਼ਰੀਕ ਮਨਜੀਤ ਸਿੰਘ ਜੀ ਕੇ ਵੀ ਚਾਹੁੰਦੇ ਹੋਣਗੇ ਕਿ ਹੁਣ ਇੱਕ ਪਾਸਾ ਹੋ ਜੇ, ਜਦੋਂ ਕਿਉਂਕਿ ਆਰਐਸਐਸ ਤੇ ਬੀਜੇਪੀ ਦੇ ਇਲਜ਼ਾਮਾਤ ਹੁੰਦੇ ਆ ਕਿ ਗੁਰਦੁਆਰਾ ਇਲੈਕਸ਼ਨਸ ਦੇ ਵਿੱਚ ਗੁਰਦੁਆਰਿਆਂ 'ਚ ਦਖਲਅੰਦਾਜ਼ੀ, ਇਹ ਰੌਲੇ ਬੜੇ ਪੁਰਾਣੇ ਨੇ। ਇਹਨਾਂ ਦੇ ਆਧਾਰ, ਇਹਨਾਂ ਦੇ ਸੱਚ, ਇਹ ਵੱਖਰੀ ਗੱਲ ਆ, ਲੇਕਿਨ ਰੌਲੇ ਤਾਂ ਰੌਲੇ ਰਹਿੰਦੇ ਆ। ਸੋ ਮਨਜਿੰਦਰ ਸਿੰਘ ਸਿਰਸਾ ਨੂੰ ਬਤੌਰ ਪ੍ਰਧਾਨ ਪਾਸੇ ਕਰਨ ਲਈ, ਉਹਨਾਂ ਦਾ ਅਸਤੀਫਾ ਪ੍ਰਵਾਨ ਕਰਨ ਲਈ, ਜਿਹੜਾ ਪਹਿਲਾਂ ਨਹੀਂ ਸੀ ਪ੍ਰਵਾਨ ਕੀਤਾ ਗਿਆ। ਈਵਨ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਸੀਗਾ ਕਿ ਬਦਲਵੇਂ ਪ੍ਰਬੰਧਾਂ ਤੱਕ ਤੁਸੀਂ ਸਾਨੂੰ ਸਾਥ ਦਿਓ, ਲੋੜ ਪੈਣ ਤੇ ਜਿੱਥੇ ਸਾਈਨ ਕਰਨ ਦੀ ਲੋੜ ਆ ਕਰਦੇ ਜਾਓ। ਹੁਣ ਜਦੋਂ ਸਿਰਸਾ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਕੱਲ ਲਾ ਦੇਣਗੇ 1 ਤਰੀਕ ਵਾਲੇ ਦਿਨ, ਤੇ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ। ਹੁਣ ਐਗਜ਼ੈਕਟਿਵ ਤਾਂ ਜੁੜੇਗੀ, ਐਗਜ਼ੈਕਟਿਵ ਜੇ ਜੁੜ ਕੇ ਜਨਰਲ ਇਜਲਾਸ ਕਾਲ ਕਰਦੀ ਹੈ ਤੇ ਉਹ ਕੀ ਮਨਜਿੰਦਰ ਸਿੰਘ ਸਿਰਸਾ ਨੂੰ ਲਾਉਣ ਦੀ ਸਮਰੱਥਾ 'ਚ ਹੋਊਗੀ ਕਿ ਸਰਨਾ, ਮਨਜੀਤ ਸਿੰਘ ਜੀਕੇ ਔਰ ਬਾਦਲ ਦਲ ਇਹ ਸਾਰੇ ਇੱਕ ਸਫੇ ਤੇ ਹੋਣਗੇ ਸਿਰਸਾ ਨੂੰ ਪਾਸੇ ਕਰਨ ਲਈ? ਜਾਂ ਜਿਹੜੀ ਦੂਜੀ ਇੱਕ ਗੱਲ ਆ ਰਹੀ ਹੈ ਕਿ ਵਾਇਆ ਸਿਰਸਾ ਬੀਜੇਪੀ ਗੁਰਦੁਆਰਾ ਕਮੇਟੀਆਂ ਦੇ ਉੱਤੇ ਆਉਣਾ ਚਾਹੁੰਦੀ ਹੈ, ਇਹ ਦੋਸ਼ ਲੱਗਦੇ ਪਏ ਆ ਵੱਖ-ਵੱਖ ਚੈਨਲਾਂ ਤੇ ਡਿਬੇਟਸ ਦੇ ਵਿੱਚ, ਇਹਨੂੰ ਕਿਵੇਂ ਐਡਰੈਸ ਕੀਤਾ ਜਾਊਗਾ? ਔਰ ਬਾਦਲ ਅਕਾਲੀ ਦਲ ਇਹ ਸਾਰੇ ਰੋਲ ਘਚੋਲੇ 'ਚ ਕਿੱਥੇ ਖੜਾ ਹੋਊਗਾ? ਕਿ ਸੁਖਬੀਰ ਸਿੰਘ ਸਿੱਧੇ ਤੌਰ ਤੇ ਰਾਜਧਾਨੀ 'ਚ ਖਲੋ ਕੇ ਬੀਜੇਪੀ ਦਾ ਵਿਰੋਧ ਕਰਨ ਦੇ ਸਮਰੱਥ ਹੋਣਗੇ ਜਾਂ ਸਿਰਸੇ ਦੇ ਰੂਪ 'ਚ ਬੀਜੇਪੀ ਦਾ ਵਿਰੋਧ ਕਰਨ ਦੇ ਸਮਰੱਥ ਹੋਣਗੇ? ਇਹ ਮੈਨੂੰ ਜ਼ਰੂਰ ਦੱਸਿਓ ਕਿ ਸਿੱਖ ਸਿਆਸਤ ਵਿੱਚ ਆਪਾਂ ਕਿਹੋ ਜਿਹੀ ਤਬਦੀਲੀ ਦੇਖ ਸਕਦੇ ਹਾਂ। ਕਿ ਬਾਦਲ ਕੇ ਬੀਜੇਪੀ ਨਾਲ ਸਿੱਧੀ ਲੜਾਈ ਲੜਦੇ ਨਜ਼ਰ ਆਉਣਗੇ ਜਾਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਨਗੇ? ਕਿਉਂਕਿ ਬਹੁਤ ਮਾਮਲਿਆਂ 'ਚ ਮਾਮਲੇ ਭਾਰੇ ਨੇ। ਬਿਲਕੁਲ, ਜਿਸ ਤਰੀਕੇ ਦੀ ਸਿਆਸਤ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਵੀ ਸਿੱਖ ਸਿਆਸਤ ਜਿਸ ਤਰੀਕੇ ਨਾਲ ਡੂੰਘੀ ਹੁੰਦੀ ਜਾ ਰਹੀ ਹੈ, ਜੇ ਸਿਰਸੇ ਉਹਨਾਂ ਨੇ ਅੱਜ ਅਸਤੀਫਾ ਵਾਪਸ ਲਿੱਤਾ ਹੈ, ਭਾਵੇਂ ਉਹਨਾਂ ਨੇ ਰੀਜ਼ਨ ਇਹ ਗੱਲ ਦੱਸੀ ਹੈ ਕਿ ਜੀ ਸਕੂਲਾਂ ਦਾ ਪ੍ਰਬੰਧ, ਜਿਹੜੇ EMPLOYEES ਦੀ ਸੈਲਰੀ ਨਹੀਂ ਜਾ ਪਾਈ ਸੀ ਤੇ ਮੈਨੂੰ ਸਾਈਨ ਕਰਨ ਵਾਸਤੇ ਮੈਨੂੰ ਇਹ ਅਸਤੀਫਾ ਵਾਪਸ ਲੈਣਾ ਪਿਆ। ਹਾਲਾਂਕਿ ਅਸਤੀਫਾ ਅਗਰ ਉਹ ਵਾਪਸ ਨਹੀਂ ਵੀ ਲੈ ਰਹੇ ਸੀ ਜਾਂ ਨਹੀਂ ਵੀ ਲੈਂਦੇ, ਔਰ ਜਦ ਤੱਕ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਸੀਗਾ ਤਦ ਵੀ ਉਹ ਸਾਈਨ ਕਰ ਹੀ ਰਹੇ ਸੀਗੇ। ਹੁਣ ਕੱਲ ਦੀ ਐਗਜ਼ੀਕਿਊਟਿਵ ਮੀਟਿੰਗ ਹੈ ਔਰ ਉਸ ਐਗਜ਼ੀਕਿਊਟਿਵ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਸਾਫ਼ ਕੀਤਾ ਜਾ ਰਿਹਾ ਸੀਗਾ ਕਿ ਸਿਰਸੇ ਉਹਨਾਂ ਦਾ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਏਗਾ। ਔਰ ਹੁਣ ਜਿਹੜੀ ਅਕਾਲੀ ਦਲ ਵਾਸਤੇ ਇੱਕ ਮੁਸ਼ਕਿਲਾਂ ਜ਼ਿਆਦਾ ਇਸ ਕਰਕੇ ਵੱਧ ਜਾਂਦੀ ਹੈ ਕਿ ਜੇ ਇਜਲਾਸ ਬੁਲਾਉਣ ਦੀ ਗੱਲ ਹੁੰਦੀ ਹੈ ਤੇ ਇਜਲਾਸ ਨਵਾਂ ਵਾਲਾ ਨਹੀਂ ਆਏਗਾ। ਇਜਲਾਸ ਦੇ ਮੈਂਬਰ ਉਹ ਹੋਣਗੇ ਜਿਹੜੇ ਪੁਰਾਣੇ ਹਾਊਸ ਦੇ ਮੈਂਬਰ ਸੀਗੇ। ਪੁਰਾਣੇ ਹਾਊਸ ਦੇ ਵਿੱਚ ਸਿਰਸੇ ਉਹਨਾਂ ਅਗਰ ਨੰਬਰ ਗੇਮ ਦੇ ਹਿਸਾਬ ਨਾਲ ਚੱਲਦੇ ਨੇ ਤੇ ਕਿਸੇ ਨਾ ਕਿਸੇ ਜਗ੍ਹਾ ਭਾਜਪਾ ਦੀ ਲੀਡਰਸ਼ਿਪ ਦੇ ਰਾਹੀਂ ਉਹ ਆਪਣਾ ਇਨਫਲੂਐਂਸ ਵਧਾ ਸਕਦੇ ਨੇ, ਕਿਉਂਕਿ 5, 7, 6 ਦਿਨ ਉਸ ਇਜਲਾਸ ਨੂੰ ਬੁਲਾਉਣ 'ਚ ਟਾਈਮ ਲੱਗੇਗਾ। ਉਹ ਕੱਲ ਦੀ ਕੱਲ ਨਹੀਂ ਬੁਲਾਇਆ ਜਾ ਸਕਦਾ। ਔਰ ਉਹਦੇ ਵਿੱਚ ਜਿਹੜੇ ਨੰਬਰ ਗੇਮ ਨੇ ਉਹ ਸ਼ਾਇਦ ਪਹਿਲੇ ਹੀ ਸੈੱਟ ਕਰਕੇ ਸਿਰਸਾ ਉਹਨਾਂ ਨੇ ਇਹ ਮੂਵ ਖੇਡੀ ਹੈ ਕਿ ਫਿਲਹਾਲ ਅਸਤੀਫਾ ਵਾਪਸ ਲੈ ਲਓ, ਇਸ ਤੋਂ ਪਹਿਲੇ ਕਿ ਮੇਰੇ ਉਸ ਅਸਤੀਫੇ ਨੂੰ ਕੱਲ ਪ੍ਰਵਾਨ ਕਰ ਦਿੱਤਾ ਜਾਏ। ਅਗਲੇ ਇਜਲਾਸ ਤੱਕ ਕਿੰਨੇ ਕੁ ਬੰਦੇ ਮੇਰੇ ਨਾਲ ਨੇ, ਕਿੰਨੇ ਕੁ ਬੰਦੇ ਉਹਨਾਂ ਦੇ ਨਾਲ ਨੇ, ਉਹਦਾ ਇੱਕ ਜੋੜ ਤੋੜ ਕਰਕੇ ਇੱਕ ਸਿਸਟਮ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਇਸ ਕਰਕੇ ਹੀ ਅਮਿਤ ਸ਼ਾਹ ਉਹਨਾਂ ਪਿਛਲੇ ਦਿਨੋਂ ਸਿਰਸਾ ਉਹਨਾਂ ਦੇ ਘਰ ਗਏ ਸੀ। ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀ ਏਦਾਂ ਦੀ ਗੱਲਾਂ ਹੈਗੀ ਹੈ ਜਿਹੜੀ ਹਜੇ ਤੱਕ ਬਾਹਰ ਨਹੀਂ ਆਈਆਂ, ਔਰ ਉਸ ਰਣਨੀਤੀ ਦੇ ਹਿਸਾਬ ਨਾਲ ਹੀ ਅੱਜ ਅਸਤੀਫਾ ਦਿੱਤਾ ਗਿਆ ਹੋਏਗਾ, ਵਾਪਸ ਲਿੱਤਾ ਗਿਆ ਹੋਏਗਾ। ਔਰ ਅੱਗੇ ਚੱਲ ਕੇ ਜੋ ਰਾਜਨੀਤੀ ਇਹਦੇ ਤੇ ਹੋਣੀ ਹੈ ਉਹਦੀ ਵੀ ਇੱਕ ਕਵਾਇਦ ਰੱਖੀ ਗਈ ਹੋਈ। ਤੁਸੀਂ ਠੀਕ ਫਰਮਾ ਰਹੇ ਹੋ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੈਅਸ਼ੁਦਾ ਰਣਨੀਤੀ ਦੇ ਤਹਿਤ ਅਸਤੀਫਾ ਵਾਪਸ ਲਿਆ ਹੋਏਗਾ। ਮਨਜੀਤ ਸਿੰਘ ਜੀਕੇ ਬੜੀ ਸਰਗਰਮੀ ਨਾਲ ਦਿੱਲੀ ਦੀ ਸਿੱਖ ਸਿਆਸਤ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸਰਨੇ ਭਰਾ ਵੀ ਨੀਝ ਨਾਲ ਦੇਖ ਰਹੇ ਆ ਔਰ ਉਹ ਵੀ ਪਾਰਟਿਸਿਪੇਟ ਲੋੜ ਪੈਣ ਤੇ ਕਰ ਰਹੇ ਆ। ਅਵਤਾਰ ਸਿੰਘ ਹਿੱਤ ਦੀ ਸਰਗਰਮੀ ਵਧੀ ਹੋਈ ਆ। ਹਰਮੀਤ ਸਿੰਘ ਕਾਲਕਾ ਲਈ ਬੜੀ ਮੁਸ਼ਕਲ ਘਾਟੀ ਹੈ ਕਿਉਂਕਿ ਉਹਨਾਂ ਦਾ ਸਬੰਧ ਮਨਜਿੰਦਰ ਸਿੰਘ ਸਿਰਸਾ ਨਾਲ ਨਿੱਜੀ ਤੇ ਬੜਾ ਨੇੜਲਾ ਹੈ। ਵੱਡੀ ਗੱਲ ਆ ਕਿ ਕੱਲ ਦੀ ਮੀਟਿੰਗ 'ਚ ਇਹ ਤੈਅ ਸੀ
ਕਿ ਕੁਲਵੰਤ ਸਿੰਘ ਬਾਠ ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀਗੇ, ਸੀਨੀਅਰ ਮੀਤ ਪ੍ਰਧਾਨ ਸੀ ਗੁਰਦੁਆਰਾ ਕਮੇਟੀ ਦੇ, ਉਹਨਾਂ ਨੂੰ ਅਖਤਿਆਰਾਤ ਦੇ ਦਿੱਤੇ ਜਾਣੇ ਸੀ। ਸ਼ਾਇਦ ਉਹਨਾਂ ਨੂੰ ਹੁਣ ਇਹ ਅਖਤਿਆਰ ਨਾ ਮਿਲਣ, ਲੇਕਿਨ ਕੱਲ ਦੀ ਐਗਜ਼ੈਕਟਿਵ ਤੇ ਨਜ਼ਰ ਰੱਖਣੀ ਪਊਗੀ। ਜਿਵੇਂ ਸਾਡੇ ਕੋਲ ਸੂਚਨਾ ਹੈ ਔਰ ਜਿਸ ਤਰ੍ਹਾਂ ਨਾਲ ਦੱਸਿਆ ਗਿਆ ਹੈ ਕੁਝ ਦਿੱਲੀ ਕਮੇਟੀ ਦੇ ਮੈਂਬਰਾਂ ਵੱਲੋਂ ਕਿ ਪੁਰਾਣੇ ਹਾਊਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨਾਲ ਉਹਨੇ ਮੈਂਬਰ ਸ਼ਾਇਦ ਨਹੀਂ ਨੇ, ਲੇਕਿਨ ਇਹ ਗਿਣਤੀ ਤਾਂ ਪਤਾ ਉਸ ਦਿਨ ਲੱਗੂ ਜਿਸ ਦਿਨ ਅਜਲਾਸ ਹੋਊਗਾ। ਲੇਕਿਨ ਦਿੱਲੀ ਦੀ ਸਿੱਖ ਪੋਲਿਟਿਕਸ 'ਚ ਭੁਚਾਲ ਜ਼ਰੂਰ ਹੈ। ਇਸ ਭੁਚਾਲ ਨੇ ਹੁਣ ਕਿਹੜੇ-ਕਿਹੜੇ ਰੰਗ ਵੇਖਣੇ ਆ, ਇਹਨਾਂ ਤੇ ਨਜ਼ਰ ਬਣਾਈ ਰੱਖਾਂਗੇ ਔਰ ਇਹ ਵੀ ਯਤਨ ਕਰਾਂਗੇ ਕਿ ਖਾਸ ਤੌਰ ਤੇ ਸਿੱਖ ਮਸਲਿਆਂ ਦੇ ਉੱਤੇ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਸਿਰ ਜੋੜ ਕੇ ਕੋਈ ਮਸਲੇ ਹੱਲ ਕਰਾ ਸਕਣ। ਲੇਕਿਨ ਲੜਾਈ ਤਾਂ ਅਕਸਰ ਦੇਖਦੇ ਰਹੇ ਨੇ, ਤਾਂ ਇਹ ਦੇਖਣ ਨੂੰ ਮੇਰੇ ਖਿਆਲ ਚੰਗਾ ਵੀ ਲੱਗਦਾ ਹੈ ਕਿ ਜਦੋਂ ਪੋਲਿਟਿਕਸ ਦੀਆਂ ਗੁੰਝਲਾਂ ਦੇ ਵਿੱਚੋਂ ਕੁਝ ਨਵੀਆਂ ਗੱਲਾਂ ਨਿਕਲਦੀਆਂ ਤਾਂ ਬੜੇ ਭੇਤ ਵੀ ਖੁੱਲ੍ਹਦੇ ਆ। ਇਹ ਵੀ ਵੇਖਦੇ ਆ ਕਿ ਅਗਲੇ ਦਿਨਾਂ 'ਚ ਇਲਜ਼ਾਮ ਤਰਾਸ਼ੀਆਂ 'ਚ ਕਿਹਦੇ ਤੇ ਕਿਹੜੇ ਦੋਸ਼ ਲੱਗਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।